ਪਾਣਾ ਜੇ ਮੈਨੂੰ ਬੀਜੇਪੀ ਨਹੀਂ ਡਰਾ ਸਕੀ ਤੇ ਉਹਨਾਂ ਦੀ ਈਡੀ ਨਹੀਂ ਡਰਾ ਸਕੀ ਤੇ ਕੀ ਮੈਂ ਇਹਦੇ ਟੁੱਟੇ ਭੱਜੇ ਜੇ ਨੋਟਿਸ ਤੋਂ ਡਰੂੰਗਾ। ਕਈ ਕਾਂਗਰਸੀ ਡਰ ਕੇ ਬੀਜੇਪੀ 'ਚ ਜਾ ਰਹੇ ਉਹਨਾਂ ਬਾਰੇ ਕੀ ਕਹੂੰ? ਮੈਨੂੰ ਤਾਂ ਸਮਝ ਕਿ ਖੈਰਾ ਤਾਂ ਡਰਦਾ ਨਹੀਂ। ਮੈਨੂੰ ਸਮਝ ਨਹੀਂ ਆ ਰਹੀ ਕਿ ਬੀਜੇਪੀ 'ਚ ਲੱਭ ਕੀ ਰਹੇ ਨੇ ਲੋਕ, ਬਿਕੋਜ਼ ਬੀਜੇਪੀ ਹੈਜ਼ ਨੋ ਫਿਊਚਰ ਇਨ ਪੰਜਾਬ। ਖੈਰਾ ਤਾਂ ਨਹੀਂ ਜਾਣ। ਨਹੀਂ ਮੇਰਾ ਤਾਂ ਜੀ ਐਵੇਂ ਬੇਸਿਕਲੀ ਅਸੀਂ ਅਕਾਲੀ ਹਾਂ। ਮੇਰੇ ਪਿਤਾ ਜੀ ਅਕਾਲੀ ਦਲ ਲਈ ਸਟਰਗਲ ਕੀਤਾ, ਜੇਲਾਂ ਕੱਟੀਆਂ। ਕਈ ਸਰਕਾਰਾਂ ਲੰਘੀਆਂ, ਅਕਾਲੀ ਦਲ ਦੀ ਵੀ, ਕਾਂਗਰਸ ਦੀ ਵੀ, ਤੁਸੀਂ ਵੀ ਉਹਨਾਂ ਸਰਕਾਰਾਂ ਦੇ ਵਿੱਚ ਰਹੇ। ਕੀ ਲੱਗਦਾ ਇਨਸਾਫ ਕਿਉਂ ਨਹੀਂ ਦਿੱਤਾ ਜਾ ਰਿਹਾ? ਇਹ ਸਾਰੇ ਸਿਆਸਤ ਕਰ ਰਹੇ ਸੀ। ਜਿੰਨੀਆਂ ਵੀ ਸਰਕਾਰਾਂ ਨੇ ਇਨਸਾਫ ਨਹੀਂ ਦਿੱਤਾ, ਲੋਕਾਂ ਨੇ ਉਹਨਾਂ ਨੂੰ ਸਜ਼ਾ ਦੇ ਦਿੱਤੀ। ਬਾਦਲਾਂ ਨੂੰ ਪਹਿਲਾਂ ਦਿੱਤੀ, ਬਾਅਦ 'ਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਕਾਂਗਰਸ ਨੂੰ ਵੀ ਸਜ਼ਾ ਦਿੱਤੀ। ਤੁਹਾਡੇ ਬਾਰੇ ਕਿਹਾ ਜਾਂਦਾ ਤੁਸੀਂ ਹਾਰਡਕੋਰ ਸਿੱਖ ਹੋ, ਤੁਸੀਂ ਕਿਹਾ ਮੈਂ ਅਕਾਲੀ ਮਾਈਂਡਡ ਹਾਂ, ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਦੇ ਹੋ ਤੁਸੀਂ। ਕਈ ਕਾਂਗਰਸੀ ਕਹਿੰਦੇ ਆ ਕਿ ਉਹ ਤਾਂ ਅੱਤਵਾਦੀ ਨੇ। ਬੰਦੀ ਸਿੰਘਾਂ ਦੀ ਰਿਹਾਈ ਦੀ ਤੁਸੀਂ ਗੱਲ ਕੀਤੀ ਹੈ, ਅੱਜ ਉੱਥੇ ਲਾਠੀਚਾਰਜ ਵੀ ਹੋਇਆ ਹੈਗਾ, ਪਰ ਸੁਖਪਾਲ ਖਹਿਰਾ ਨਜ਼ਰ ਨਹੀਂ ਆਏ ਉਸ ਮੋਰਚੇ 'ਚ। ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਸਿਮਰਨਜੀਤ ਸਿੰਘ। ਬਹਿਬਲ ਇਨਸਾਫ ਮੋਰਚੇ ਨੂੰ ਚਲਦਿਆਂ ਲੰਮਾ ਸਮਾਂ ਹੋ ਗਿਆ, 3 ਸਰਕਾਰਾਂ ਬਦਲ ਚੁੱਕੀਆਂ ਨੇ, ਪਰ ਇਨਸਾਫ ਨਹੀਂ ਮਿਲ ਰਿਹਾ। NH 54 ਜਾਮ ਕੀਤਾ ਹੋਇਆ ਪਿਛਲੇ ਕਈ ਦਿਨਾਂ ਤੋਂ। ਅੱਜ ਸੁਖਪਾਲ ਸਿੰਘ ਖਹਿਰਾ ਬਹਿਬਲ ਇਨਸਾਫ ਮੋਰਚੇ ਤੇ ਪਹੁੰਚੇ ਸੀ, ਸਾਡੇ ਨਾਲ ਨੇ। ਖਹਿਰਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਪ੍ਰੋ ਪੰਜਾਬ। ਸੋਮਾ ਜੀ ਸ਼ੁਕਰੀਆ। ਖਹਿਰਾ ਸਾਹਿਬ, ਕਈ ਸਰਕਾਰਾਂ ਲੰਘੀਆਂ, ਅਕਾਲੀ ਦਲ ਦੀ ਵੀ, ਕਾਂਗਰਸ ਦੀ ਵੀ, ਤੁਸੀਂ ਵੀ ਉਹਨਾਂ ਸਰਕਾਰਾਂ ਦੇ ਵਿੱਚ ਰਹੇ। ਕੀ ਲੱਗਦਾ ਇਨਸਾਫ ਕਿਉਂ ਨਹੀਂ ਦਿੱਤਾ ਜਾ ਰਿਹਾ? ਕੀ ਸਾਰੇ ਸਿਆਸਤ ਕਰ ਰਹੇ ਇਸ ਉੱਤੇ? ਨਹੀਂ, ਮੈਂ ਸਰਕਾਰ ਤਾਂ ਕਿਸੇ 'ਚ ਰਿਹਾ, ਲੇਕਿਨ ਜਿੰਨੀਆਂ ਵੀ ਸਰਕਾਰਾਂ ਨੇ ਇਨਸਾਫ ਨਹੀਂ ਦਿੱਤਾ, ਲੋਕਾਂ ਨੇ ਉਹਨਾਂ ਨੂੰ ਸਜ਼ਾ ਦੇ ਦਿੱਤੀ ਆ। ਬਾਦਲਾਂ ਨੂੰ ਪਹਿਲਾਂ ਦਿੱਤੀ, ਬਾਅਦ 'ਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਕਾਂਗਰਸ ਨੂੰ ਵੀ ਸਜ਼ਾ ਦਿੱਤੀ, ਕਿਉਂਕਿ ਇਹ ਵਨ ਆਫ ਦਾ ਮੇਜਰ ਇਸ਼ੂ ਸੀ ਪੰਜਾਬ ਦਾ। ਔਰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ 10 ਮਹੀਨੇ ਹੋ ਗਏ ਨੇ। ਕੇਜਰੀਵਾਲ ਨੇ ਤਾਂ ਇਹ ਪ੍ਰੋਮਿਸ ਕੀਤਾ ਸੀ ਕਿ 24 ਘੰਟੇ 'ਚ ਹੱਲ ਕਰ ਦੂੰਗਾ, ਪਰ ਚਲੋ ਉਹ ਕਈ ਵਾਰੀ ਕਹਿਣ ਵਾਸਤੇ ਗੱਲਾਂ ਹੁੰਦੀਆਂ, ਬਟ 10 ਮਹੀਨੇ ਕਾਫੀ ਸਮਾਂ ਹੁੰਦਾ ਵਾ। ਹੁਣ ਜਦੋਂ ਕਿਸੇ ਤਰ੍ਹਾਂ ਦਾ ਕੋਈ ਜਿਹੜੇ ਪ੍ਰੋਪਰ ਇਨਸਾਫ ਨਹੀਂ ਹੋ ਰਿਹਾ, ਚਲਾਨ ਨਹੀਂ ਪੇਸ਼ ਕੀਤੇ ਜਾ ਰਹੇ, ਬਹਿਬਲ ਕਲਾਂ ਕਤਲकांड ਦੇ ਵਿੱਚ ਕੋਟਕਪੂਰਾ ਜਿਹੜਾ ਮੇਨ ਕੇਸ ਹੈ ਉਹਦੇ ਚਲਾਨ ਨਹੀਂ ਪੇਸ਼ ਹੋ ਰਿਹਾ, ਜਿਸ ਕਰਕੇ ਕਿ ਇਹ ਜਿਹੜਾ ਸੁਖਰਾਜ ਸਿੰਘ ਜਾਂ ਹੋਰਨਾਂ ਨੇ ਮਜਬੂਰਨ ਹਾਈਵੇ ਨੂੰ ਬਲੌਕ ਕੀਤਾ ਵਾ। ਉਹਨਾਂ ਕੋਲ ਹੋਰ ਚਾਰਾ ਨਹੀਂ ਕੋਈ ਵੀ। ਔਰ ਮੈਂ ਸਮਝਦਾ ਕਿ ਠੀਕ ਆ, ਕਈ ਵਾਰ ਲੰਬਾ ਸੰਘਰਸ਼ ਹੋਣ ਕਰਕੇ ਤੁਹਾਨੂੰ ਪੋਪੂਲਰ ਸਪੋਰਟ ਨਹੀਂ ਮਿਲਦੀ, ਪਰ ਇਸ਼ੂ ਬਹੁਤ ਵਾਈਟਲ ਰਹੇਗਾ ਔਰ ਇਲੈਕਸ਼ਨ ਦੇ ਵਿੱਚ ਹਮੇਸ਼ਾ ਗੂੰਜੇਗਾ, ਔਰ ਇਹਨਾਂ ਨੂੰ ਇਹਦਾ ਖਮਿਆਜ਼ਾ ਭਗਵੰਤ ਮਾਨ ਨੂੰ ਭੁਗਤਣਾ ਪਵੇਗਾ। ਤੁਸੀਂ ਕਿਹਾ ਕਿ ਇਸ਼ੂ ਬਹੁਤ ਵੱਡਾ ਹੈਗਾ, ਇਲੈਕਸ਼ਨ ਦੇ ਵਿੱਚ ਗੂੰਜੇਗਾ। ਜਦੋਂ ਵਿਰੋਧੀ ਧਿਰ 'ਚ ਹੁੰਦੇ ਆ ਸਾਰੇ, ਚਾਹੇ ਆਮ ਆਦਮੀ ਪਾਰਟੀ ਸੀ, ਇਹ ਮੁੱਦਾ ਬਹੁਤ ਅਹਿਮ ਰਿਹਾ। ਤੁਸੀਂ ਵੀ LOP ਸੀਗੇ, ਤੁਹਾਡੇ ਹੀ ਸਾਰੇ ਸਾਥੀ ਨੇ ਅੱਜ ਜਿਹੜੇ ਕਿਸੇ ਵੇਲੇ ਵਿਰੋਧੀ ਧਿਰ 'ਚ ਸੀਗੇ, ਅੱਜ ਉਹਨਾਂ ਨੂੰ ਕੀ ਹੋ ਗਿਆ? ਨਹੀਂ, ਇੱਕ ਤਾਂ ਮੈਂ ਦੇਖ ਰਿਹਾ ਵਾਂ ਕਿ ਜਦੋਂ ਬੰਦਾ ਸੱਤਾ ਤੋਂ ਬਾਹਰ ਹੁੰਦਾ, ਉਦੋਂ ਦੇ ਟੇਵਰ ਹੋਰ ਹੁੰਦੇ। ਭਗਵੰਤ ਮਾਨ ਕਲਾਸਿਕ ਐਗਜ਼ਾਮਪਲ ਆ। ਮੁੱਕਰਦੇ ਤਾਂ ਪਹਿਲਾਂ ਵੀ ਲੋਕੀ ਰਹੇ ਨੇ, ਲੇਕਿਨ ਇਹਨੇ ਬਿਲਕੁਲ ਯੂ ਟਰਨ ਮਾਰਿਆ। ਜਿਹੜੀ ਵੀ ਕੋਈ ਗੱਲ ਆਪ ਕਹੀ, ਜਿੱਦਾਂ VIP ਕਲਚਰ ਬਾਰੇ ਕਹੀ, ਜੋ VIP ਕਲਚਰ ਦੀਆਂ ਜੋ ਧੱਜੀਆਂ ਭਗਵੰਤ ਮਾਨ ਦੇ ਪਰਿਵਾਰ ਨੇ ਉਡਾਈਆਂ, ਇਕੱਲੇ ਨੇ ਨਹੀਂ, ਮਾਤਾ ਜੀ, ਭੈਣ ਜੀ, ਪਤਨੀ ਜੀ। ਔਰ ਫਿਰ ਇਹ ਨੇ ਜਿਹੜੇ ਦੂਜਿਆਂ ਨੂੰ ਟਿਚਰਾਂ ਕਰਦਾ ਸੀ ਕਿ ਦੇਖੋ ਜੀ ਜਹਾਜ਼ਾਂ 'ਚ ਉੱਡਦੇ ਨੇ ਜੀ, ਇਹ ਤਾਂ ਉਹਨਾਂ ਨੂੰ ਉੱਤੋਂ ਚੁੱਲ੍ਹਿਆਂ ਦੀ ਅੱਗ ਨਹੀਂ ਦਿਸਦੀ। ਹੁਣ ਇਹ ਇਕੱਲਾ ਹੈਲੀਕਾਪਟਰ ਨਹੀਂ, ਇੱਕ ਪੂਰਾ ਫੁੱਲ ਜਹਾਜ਼ ਵੱਡਾ ਖਰੀਦ ਰਹੇ ਨੇ, ਚਾਹੇ ਕਿਰਾਏ 'ਤੇ ਲੈ ਰਹੇ ਨੇ, ਤਾਂ ਕਿ ਕੇਜਰੀਵਾਲ ਸਾਹਿਬ ਲੋਕ ਸਭਾ ਜਾ ਸਕਣ। ਹੋਰ ਵੀ ਮੈਂ ਇਸ਼ੂਜ਼, ਡਰੱਗਸ ਦੀ ਗੱਲ ਕਰਦੇ ਸੀਗੇ, ਦੇ ਆਰ ਅਟਰ ਫੇਲੀਅਰ। ਗੈਰ ਕਾਨੂੰਨੀ ਮਾਈਨਿੰਗ, ਮਤਲਬ ਕਿ ਮੈਂ ਨਹੀਂ ਕਦੀ ਦੇਖਿਆ ਸੀਗਾ ਕਿ ਭਗਵੰਤ ਮਾਨ ਇੱਕ CM ਰੇਤਾ ਦੇ ਢੇਰ ਮੂਹਰੇ ਰੇਤਾ ਦਾ ਉਦਘਾਟਨ ਕਰ ਰਿਹਾ ਵਾ। ਇਟਸ ਕੁਆਇਟ ਚੀਪ। ਸੱਚ ਮੈਨੂੰ ਯਾਦ ਆ ਗਿਆ, ਨੀਂਹ ਪੱਥਰਾਂ ਦਾ ਮਜ਼ਾਕ ਉਡਾਉਂਦਾ ਸੀਗਾ, ਦੇਖੋ ਜੀ ਨੀਂਹ ਪੱਥਰ ਰੱਖਦੇ ਨੇ ਜੀ। ਮੈਂ ਤਾਂ ਉਹਨਾਂ ਦਾ ਰੱਖੂੰਗਾ ਜਿਹੜੇ ਅਸਲ, ਜਿਹੜੇ ਜਿਨ੍ਹਾਂ ਨੇ ਮਿਹਨਤ ਕੀਤੀ ਹੈ ਨੀਂਹ ਪੱਥਰ ਖੜਾ ਕਰਨ ਵਿੱਚ। ਮੈਂ ਰਾਜ ਮਿਸਤਰੀ ਦਾ ਨਾਮ ਲਿਖਾਊਂਗਾ। ਅਤੇ ਹੁਣ ਮੇਰੇ ਖਿਆਲ ਨੀਂਹ ਪੱਥਰਾਂ ਦੀ ਝੜੀ ਲਾਈ ਪਈ ਆ ਸਾਰੇ। ਇੱਕ ਕਹਿੰਦੇ ਸੀ ਫੋਟੋ ਲਾਉਂਦੇ ਜੀ ਬਾਦਲ ਹੁਣੀ, ਕੈਪਟਨ ਲਾਉਂਦਾ ਫੋਟੋ ਆਪਣੀ ਰਾਸ਼ਨ ਕਾਰਡਾਂ 'ਤੇ, ਐਂਬੂਲੈਂਸਾਂ 'ਤੇ। ਇਹਨਾਂ ਦੀ ਫੋਟੋਆਂ ਮੇਰਾ ਖਿਆਲ ਹੈ ਕੋਈ ਕਸਰ ਹੀ ਨਹੀਂ ਛੱਡੀ। ਹੁਣ ਤਾਂ ਲੋਕਾਂ ਨੇ ਮਜ਼ਾਕ ਵਿੱਚ ਲਿਖਿਆ ਵਾ ਕਿ ਹੁਣ ਪਿੰਡਾਂ ਘਰਾਂ ਦੇ ਵਿੱਚ ਟੋਇਲਟ ਦੇ ਉੱਤੇ ਫੋਟੋ ਰਹਿ ਗਈ ਲੱਗਣ ਵਾਲੀ, ਉਹ ਲਾ ਲਿਓ ਤੁਸੀਂ। ਸੋ ਕੁੱਲ ਮਿਲਾ ਕੇ ਇੱਕ ਜਿਹਨੂੰ ਕਹਿੰਦੇ ਡਬਲ ਫੇਸਟਡ ਪੋਲੀਟਿਕਸ ਜਿਹੜੀ ਆ, ਉਹਦਾ ਇੱਕ ਮੁਜ਼ਾਹਰਾ ਕੀਤਾ ਭਗਵੰਤ ਮਾਨ ਨੇ। ਜਿਹੜਾ ਤੁਸੀਂ ਕਿਹਾ ਸੀ ਸਾਡੇ ਨਾਲ ਹੀ ਹੁੰਦੇ ਸੀਗੇ। ਮੈਂ ਜਦੋਂ ਲੀਡਰ ਆਫ ਆਪੋਜੀਸ਼ਨ ਵੀ ਸੀਗਾ, ਜਦੋਂ ਮੈਂ ਫੈਸਲਾ ਲਿਆ ਕਿ ਮੈਂ ਬਰਗਾੜੀ ਵਿੱਚ ਜਾ ਕੇ ਉਸ ਵਕਤ ਇਨਸਾਫ ਮੋਰਚੇ ਦੀ ਮਦਦ ਕਰਨੀ ਆ, ਇਹ ਅੰਦਰ ਮੇਰੇ ਨਾਲ ਲੜਦੇ ਸੀ, ਬਹੁਤ ਸਾਰੇ MLAs ਵਿੱਚੋਂ ਰੋਕਦੇ ਸੀਗੇ। ਨਾਮ ਲਊਂਗੇ ਅੱਜ ਤਾਂ ਲੈ ਸਕਦੇ ਹੋ। ਚਲੋ ਛੱਡੋ, ਅਮਨ ਅਰੋੜੇ ਵਰਗੇ ਹੋਰ ਵੀ ਸੀਗੇ, ਹੁਣ ਮੈਂ ਇੱਦਾਂ ਨਾਮ ਲੈ ਲੈਂਦਾ, ਹੋਰ ਵੀ ਚਲੋ ਛੱਡੋ। ਇਹ ਮੈਨੂੰ ਅੰਦਰ ਬੈਠ ਕੇ ਰੋਕਦੇ ਸੀਗੇ ਕਿ ਆ ਜਿਹੜਾ ਲੀਡਰ ਆਫ ਆਪੋਜੀਸ਼ਨ ਬਣਿਆ ਬਾਅਦ 'ਚ ਮੇਰੇ ਤੋਂ, ਇਹ ਵੀ ਰੋਕਦੇ ਸੀਗੇ ਕਿ ਇਹ ਮਤਲਬ ਇਹਨਾਂ ਨੇ ਆਪਸ ਵਿੱਚ ਸਲਾਹ ਕਰਕੇ ਕਿ ਇਹਨੂੰ ਰੋਕੋ, ਅਤੇ ਮੈਨੂੰ ਕਹਿਣਾ ਜੀ ਕਿ ਨਹੀਂ ਜੀ ਨਹੀਂ, ਇਹ ਤਾਂ ਧਾਰਮਿਕ ਮੁੱਦਾ ਜੀ। ਇਹ ਧਾਰਮਿਕ ਮੁੱਦਾ ਨਹੀਂਗਾ, ਇਹ ਇਨਸਾਫ ਦੀ ਲੜਾਈ ਆ।
ਕੱਲ ਨੂੰ ਖੁਦਾ ਨਾ ਖਾਸਤਾ ਹਿੰਦੂਆਂ ਨੂੰ ਲੋੜ ਪੈ ਜੇ, ਕਿਸੇ ਈਸਾਈ ਨੂੰ ਲੋੜ ਪੈ ਜੇ, ਕਿਸੇ ਮੁਸਲਮਾਨ ਨੂੰ ਲੋੜ ਪੈ ਜੇ, ਇਹ ਸਾਡਾ ਫਰਜ਼ ਆ ਕਿ ਅਸੀਂ ਸਭ ਦੇ ਇਨਸਾਫ ਦੀ ਲੜਾਈ ਲੜੀਏ। ਸੋ ਇਸ ਕਰਕੇ ਇਹ ਜਿਹੜਾ ਇਹਨਾਂ ਦਾ ਰਵੱਈਆ ਹੈ ਆਮ ਆਦਮੀ ਪਾਰਟੀ ਦਾ, ਇਹ ਆਪਣੇ ਬੇਸਿਕ ਏਜੰਡੇ ਤੋਂ ਥਿੜਕ ਚੁੱਕੇ ਨੇ। ਔਰ ਤੁਸੀਂ ਦੇਖਿਆ ਤਾਂ ਹੀ ਉਹ 3 ਮਹੀਨਿਆਂ 'ਚ ਲੋਕਾਂ ਨੇ ਸੰਗਰੂਰ ਤੋਂ ਹਰਾ ਦਿੱਤਾ। ਹੁਣ ਜਿੰਨੀਆਂ ਵੀ ਇਲੈਕਸ਼ਨਸ ਅੱਗੇ ਆਉਣਗੀਆਂ ਤੁਹਾਡੇ ਸਾਹਮਣੇ ਆ ਜਾਏਗਾ ਅਸਰ। ਬਿਕੋਜ਼ ਜਦੋਂ ਤੁਸੀਂ ਕੋਈ ਲੋਕਾਂ ਦੇ ਨਾਲ ਕੋਈ ਵਾਅਦਾ ਕਰਦੇ ਆ, ਤੁਸੀਂ ਉਹਦੇ 100% ਉਲਟ ਕੰਮ ਕਰਨਾ ਸ਼ੁਰੂ ਕਰ ਦਿੰਦੇ ਆ, ਤੇ ਫਿਰ ਲੋਕਾਂ ਨੇ ਨਾਰਾਜ਼ ਹੀ ਹੋਣਾ। ਤੁਸੀਂ ਰੇਤੇ ਦੀ ਗੱਲ ਕੀਤੀ ਹੈ, ਸਰਕਾਰ ਕਹਿ ਰਹੀ ਹੈ ਕਿ ਜਿਹੜੀ ਮਾਈਨਿੰਗ ਪਿੱਛੇ ਕਾਂਗਰਸੀਆਂ ਨੇ ਕੀਤੀ, ਉਸ ਤੋਂ ਪਹਿਲਾਂ ਅਕਾਲੀਆਂ ਨੇ ਕੀਤੀ, ਰੇਤੇ ਦੇ ਭਾਅ ਅਸਮਾਨੀ ਚੜ੍ਹ ਗਏ। ਅਸੀਂ ਤਾਂ ਲੋਕਾਂ ਨੂੰ ਰੇਤਾ ਸਹੀ ਭਾਅ ਦੇ ਉੱਤੇ ਮੁਹੱਈਆ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਮਾਲਵਿੰਦਰ ਕੰਗ ਨੇ ਪੀਸੀ ਕੀਤੀ ਅੱਜ। ਇਸ ਮੁੱਦੇ ਤੇ ਬਹੁਤ ਬੁਰੀ ਤਰ੍ਹਾਂ ਫੇਲ ਹੋਏ ਨੇ। ਪਹਿਲੀ ਗੱਲ ਤਾਂ ਪਿਛਲੇ 10 ਮਹੀਨਿਆਂ ਤੋਂ ਕੰਸਟਰਕਸ਼ਨ ਐਕਟੀਵਿਟੀ ਪੰਜਾਬ ਵਿੱਚ ਇਹਨਾਂ ਦੀ ਬੇਵਕੂਫੀ ਕਰਕੇ ਰੁਕੀ ਰਹੀ ਹੈ। ਨਾ ਕਿਸੇ ਨੂੰ ਰੇਤਾ ਮਿਲਿਆ, ਨਾ ਕਿਸੇ ਨੂੰ ਬਜਰੀ ਮਿਲੀ। ਅਗਰ ਮਿਲਦੀ ਵੀ ਸੀ ਤਾਂ 60-60 ਹਜ਼ਾਰ ਦਾ ਟਿੱਪਰ ਮਿਲਦਾ ਰਿਹਾ ਵਾ। ਹੁਣ ਇਹ ਕਹਿੰਦੇ ਜੇ ਅਸੀਂ 5.5 ਰੁਪਏ ਕਰਾਂਗੇ। ਇਹ ਤਾਂ ਹੁਣ ਜਦੋਂ ਅਸਲ ਲੋਕਾਂ ਤੱਕ ਪਹੁੰਚਦੀ ਹੋਵੇਗੀ ਗੱਲ, ਫਿਰ ਪਤਾ ਲੱਗੇਗਾ। ਤੇ ਦੂਜਾ ਹੈਗਾ ਕਿ ਕੇਜਰੀਵਾਲ ਦਾ ਝੂਠ ਫੜਿਆ ਗਿਆ ਇਸ ਵਿੱਚ। ਉਹ ਤੁਹਾਨੂੰ ਯਾਦ ਹੋਵੇਗਾ, ਕਹਿੰਦਾ ਕਿ ਆਪਣੀਆਂ ਗਰੰਟੀਆਂ, ਪੱਤਰਕਾਰਾਂ ਨੇ ਪੁੱਛਿਆ ਕਿ ਆਪਣੀ ਗਰੰਟੀਆਂ ਪੂਰੀਆਂ ਕਿੱਦਾਂ ਕਰੋਗੇ, 1000 ਰੁਪਇਆ ਔਰਤਾਂ ਨੂੰ ਕਿੱਥੋਂ ਦਿਓਗੇ, 300 ਯੂਨਿਟ। ਉਹ ਕਹਿੰਦਾ ਜੀ ਮੈਂ 20,000 ਕਰੋੜ ਰੁਪਈਆ ਗੈਰ ਕਾਨੂੰਨੀ ਰੇਤਾ ਦੀ ਮਾਈਨਿੰਗ ਰੋਕ ਕੇ ਦਊਂਗਾ। ਲੈ ਹੁਣ ਸਾਲ ਪੂਰਾ ਹੋਣ ਵਾਲਾ ਵਾ। ਆਮ ਤੌਰ ਵਿੱਚ ਪੰਜਾਬ ਸਰਕਾਰ ਨੂੰ 250-300 ਕਰੋੜ ਰੁਪਇਆ ਆਮਦਨ ਹੋ ਰਹੀ ਆ। ਤੇ ਚਲੋ ਮੈਨੂੰ ਕਰੈਕਟ ਫਿਗਰਸ ਤੁਹਾਡੇ ਕੋਲ ਬਜਟ 'ਚ ਆ ਜਾਣੀਆਂ, ਵੱਧ ਤੋਂ ਵੱਧ 50 ਕਰੋੜ ਜਾਂ ਵਧਾ ਲੈਣਗੇ ਜਾਂ ਘਟਾ ਲੈਣਗੇ। 150 ਕਰੋੜ ਰੁਪਏ ਦਾ ਹੇਰ ਫੇਰ ਕਰ ਸਕਦੇ ਆ। ਕਿੱਥੇ 20,000 ਕਰੋੜ ਰੁਪਏ ਦਾ ਝੂਠ, ਕਿੱਥੇ 250-300 ਕਰੋੜ ਰੁਪਏ ਦੀ ਆਮਦਨ। ਸੋ ਸਿਮਿਲਰ ਝੂਠ ਬੋਲਿਆ ਬਜਟ ਵਿੱਚੋਂ, ਮੈਂ ਜੀ ਭ੍ਰਿਸ਼ਟਾਚਾਰ ਰੋਕੂੰਗਾ। ਕਿੱਡਾ ਹਾਸੋਹੀਣੀ ਸਟੇਟਮੈਂਟ ਸੀਗੀ ਕਿ ਮੈਂ 34,000 ਕਰੋੜ ਰੁਪਏ ਉਹਦੇ ਚੋਂ ਕੱਢੂੰਗਾ। ਤੇ ਹੁਣ ਤੁਸੀਂ ਬਜਟ ਦੇ ਹਾਲਾਤ ਦੇਖ ਰਹੇ ਹੋ ਕਿ ਇਸ ਵੇਲੇ ਸਾਡੀ ਟੈਕਸ ਰੈਵਨਿਊ ਜਿਹੜੀ ਹੈਗੀ ਸਟੇਟ ਦੀ, ਉਹ ਪਹਿਲੇ 3 ਕੁਆਰਟਰਸ ਵਿੱਚ ਜਿੰਨੀ ਐਕਸਪੈਕਟਡ ਸੀ, ਸ਼ਾਇਦ 95,000 ਕਰੋੜ ਰੁਪਏ ਦੀ ਐਕਸਪੈਕਟੇਸ਼ਨ ਸੀਗੀ, ਤੇ ਕਲੈਕਸ਼ਨ ਹੋਈ ਆ 63,000। ਸੋ ਝੂਠੋ ਝੂਠ ਹੀ ਚੱਲ ਰਿਹਾ ਸਾਰੇ ਪਾਸੇ। ਔਰ ਰੇਤਾ ਦੀ ਗੱਲ ਤੁਸੀਂ ਕਹਿ ਰਹੇ ਹੋ, ਇਹ ਕਹਿੰਦੇ ਅਸੀਂ ਜੀ ਰੇਤਾ ਦਿਆਂਗੇ ਸਸਤੀ ਲੋਕਾਂ ਨੂੰ। ਇਹਨਾਂ ਦੇ ਸਾਰਾ ਜਿਹੜੀ ਪਾਰਟੀ ਦੇ ਪ੍ਰਮੁੱਖ ਬੰਦਿਆਂ ਦੇ ਨਾਮ ਆ ਰਹੇ ਨੇ ਮਾਈਨਿੰਗ ਦੇ ਵਿੱਚ। ਪਹਿਲਾਂ ਹਰਜੋਤ ਬੈਂਸ ਦੇ ਇਲਾਕੇ 'ਚ ਇੱਕ ਵਾਰ ਨਹੀਂ ਕਈ ਵੀਡੀਓਜ਼ ਰਿਲੀਜ਼ ਕੀਤੀਆਂ। ਮੈਨੂੰ ਪਿੰਡ ਦਾ ਨਾਮ ਚੇਤੇ ਭੁੱਲ ਰਿਹਾ ਵਾ। 2-3 ਦਿਨ ਪਹਿਲਾਂ ਮੈਨੂੰ ਅਜਨਾਲੇ ਤੋਂ ਕੰਟੈਕਟ ਕੀਤਾ, ਜਿਹੜੇ ਉੱਥੇ ਵਿਸਲ ਬਲੋਅਰਸ ਨੇ, ਐਕਟਿਵਿਸਟ ਨੇ, ਉਹਨਾਂ ਨੇ ਭੇਜੀਆਂ ਵੀਡੀਓਜ਼। ਰਾਤ 12 ਵਜੇ ਦੀਆਂ ਦਰਜਨਾਂ ਟਰੱਕ ਲੰਘ ਰਹੇ, ਉਹ ਟਰੱਕ ਵੀ ਗਿਣ ਰਹੇ ਨੇ, 12 ਟਰੱਕ ਹੋ ਗਏ, 14 ਟਰੱਕ ਹੋ ਗਏ, 25 ਟਰੱਕ ਹੋ ਗਏ। ਔਰ ਉਹਨਾਂ ਨੇ ਜਗਦੇਵ ਖੁਰਦ ਇੱਕ ਪਿੰਡ ਹੈ ਇਹਦੇ ਲਾਗੇ ਅਜਨਾਲੇ ਹਲਕੇ 'ਚ ਹੀ, ਉਹ ਇਹਦਾ ਨਾਮ ਲੈ ਰਹੇ ਨੇ ਵੀਡੀਓ ਦੇ ਵਿੱਚ। ਤੇ ਉਹ ਰੇਤਾ ਕਿੱਥੇ ਜਾ ਰਹੀ, ਕੌਣ ਖਾ ਰਿਹਾ ਉਸ ਨੂੰ? ਤੁਹਾਡਾ ਖਿਆਲ ਹੈ? ਬਾਅਦ 'ਚ ਮੇਰੇ ਟਵੀਟ ਤੋਂ ਬਾਅਦ ਇੱਕ ਐਸਐਚਓ ਨੂੰ ਸਸਪੈਂਡ ਕਰਤਾ, ਲੇਡੀ ਸੀਗੀ। ਉਹਦਾ ਕੀ ਕਸੂਰ ਹੈ ਵਿਚਾਰੀ ਦਾ ਜੀ? ਜੇ ਤੁਸੀਂ ਕਿਸੇ ਪੁਲਿਸ ਦੇ ਹੱਥ ਬੰਨ੍ਹਦੇ ਹੋ ਇੱਦਾਂ ਕਰਕੇ, ਹੈਗੀ ਤੂੰ ਪੁਲਿਸ ਵਾਲੀ ਆ, ਹੱਥ ਤੇਰੇ ਬੰਨੇ ਨੇ, ਤੂੰ ਕੰਮ ਕੋਈ ਨਹੀਂ ਕਰਨਾ, ਤੇ ਫਿਰ ਉਹ ਕਿੱਦਾਂ ਕੰਮ ਕਰ ਲੂਗੀ? ਤੁਹਾਨੂੰ ਨੋਟਿਸ ਆਇਆ, ਜਵਾਬ ਦੋਗੇ ਉਸ ਨੋਟਿਸ ਦਾ? ਉਹਨੇ ਇਹੋ ਜਿਹੇ 50 ਨੋਟਿਸ ਤੁਰੇ ਫਿਰਦੇ, ਮੈਂ ਇਹਨੂੰ ਟਿਚ ਵੀ ਨਹੀਂ ਜਾਣਦਾ ਇਹੋ ਜਿਹੇ ਨੋਟਿਸਾਂ ਨੂੰ। ਔਰ ਇਹ ਜਿਹੜਾ ਨੋਟਿਸ ਦੇਣ ਦੀ ਪ੍ਰਕਿਰਿਆ ਹੁੰਦੀ ਨਾ, ਇਹ ਸਮਝਦੇ ਨੇ ਕਿ ਅਸੀਂ ਸ਼ਾਇਦ ਖਹਿਰੇ ਨੂੰ ਡਰਾਵਾਂਗੇ, ਖਹਿਰੇ ਨੂੰ ਅਸੀਂ ਇੱਕ ਕਿਸਮ ਦਾ ਇੰਟੀਮੀਡੇਟ ਕਰਾਂਗੇ, ਨਾਟ ਰਿਅਲਾਈਜ਼ਿੰਗ ਕਿ ਮੈਂ ਨਹੀਂ ਕਹਿੰਦਾ ਕਿ ਮੈਂ ਬਹੁਤ ਕੋਈ ਮਤਲਬ ਬਲਵਾਨ ਬੰਦਾ ਵਾਂ, ਪਰ ਵਾਹਿਗੁਰੂ ਦੀ ਕਿਰਪਾ ਨਾਲ ਜੇ ਮੈਨੂੰ ਬੀਜੇਪੀ ਨਹੀਂ ਡਰਾ ਸਕੀ ਤੇ ਉਹਨਾਂ ਦੀ ਈਡੀ ਨਹੀਂ ਡਰਾ ਸਕੀ, ਤੇ ਕੀ ਮੈਂ ਇਹਦੇ ਟੁੱਟੇ ਭੱਜੇ ਜਿਹੇ ਨੋਟਿਸ ਤੋਂ ਡਰੂੰਗਾ? ਔਰ ਨੋਟਿਸ ਵੀ ਕੀ ਆ ਕਿ ਇੱਕ 2 ਔਰਤਾਂ ਡਿਸਕਸ ਕਰ ਰਹੀਆਂ ਨੇ, ਸ਼ਾਇਦ ਸੋਸ਼ਲ ਵੈਲਫੇਅਰ ਡਿਪਾਰਟਮੈਂਟ ਦੀਆਂ EMPLOYEES ਆ। ਉਹ ਪੈਸੇ ਬਦਲੀਆਂ ਵਿੱਚ ਰਿਸ਼ਵਤ ਦੀ ਗੱਲ ਕਰਦੀਆਂ ਕੁਲਦੀਪ ਧਾਲੀਵਾਲ ਦੇ ਮੁੰਡੇ ਖੁਸ਼ਪਾਲ ਦਾ ਨਾਮ ਲੈ ਰਹੀਆਂ ਨੇ। ਮੈਂ ਉਹੀ ਵੀਡੀਓ ਚੱਕ ਕੇ ਟੈਗ ਕਰਕੇ ਭਗਵੰਤ ਮਾਨ ਨੂੰ ਕਿ ਇਹਦੀ ਜਾਂਚ ਹੋਣੀ ਚਾਹੀਦੀ ਹੈ। ਜਾਂਚ ਮੰਗਣਾ ਕੋਈ ਗਲਤ ਗੱਲ ਹੈ ਜੀ? ਇਹਦਾ ਮਤਲਬ ਜਦੋਂ ਜਾਂਚ ਨਹੀਂ ਕਰਾਉਂਦੇ ਇਹਦਾ ਮਤਲਬ ਚੋਰ ਆ। ਜਿੱਦਾਂ ਫੌਜਾ ਸਿੰਘ ਸਰਾਰੀ ਦੀ ਜਾਂਚ ਨਹੀਂ ਕਰਾਈ, ਉਹ ਚੋਰ ਸੀ। ਫਿਰ ਜਦੋਂ ਚੋਰ ਨੂੰ ਹਟਾਇਆ ਤੇ ਚੋਰ ਦੇ ਖਿਲਾਫ ਕਾਰਵਾਈ ਕੋਈ ਨਹੀਂ ਕੀਤੀ। ਹੁਣ ਦੱਸੋ, ਹੁਣ ਇਹ ਕਹਿੰਦੇ ਜੀ ਅਸੀਂ ਸਾਰੇ ਆਪੋਜੀਸ਼ਨ, ਅਸੀਂ ਜੀ ਕਰਪਟ ਕਾਂਗਰਸ ਵਾਲਿਆਂ ਨੂੰ ਫੜਾਂਗੇ, ਜੇ ਅਕਾਲੀਆਂ ਨੂੰ ਫੜਾਂਗੇ। ਫੜੋ, ਆਪਣੇ ਵੀ ਤਾਂ ਫੜੋ ਨਾ। ਲਵਲੀ ਯੂਨੀਵਰਸਿਟੀ ਵਾਲੇ ਕੋਲ 100 ਕਰੋੜ ਰੁਪਏ ਦੀ ਜ਼ਮੀਨ ਹੜਪ ਕੇ ਬੈਠਾ ਹੋਇਆ ਵਾ, ਉਹਦੇ ਕੋਲ ਕੋਈ ਸੈਂਕਸ਼ਨ ਨਹੀਂ ਗੀ। ਉਹ ਨਾਨਕ ਨਗਰੀ ਜਿਹੜੀ 2 ਪੰਚਾਇਤਾਂ ਸੀ, ਉਹਨਾਂ ਚੋਂ ਇੱਕ ਜਿਹੜੀ ਨਿਕਲੀ ਬਾਹਰ, ਉਹ ਉਹਨਾਂ ਦੇ ਉਸ ਵਟਾਂਦਰੇ ਦੇ ਹੱਕ ਵਿੱਚ ਹੀ ਨਹੀਂ ਗੀ। ਅਸ਼ੋਕ ਮਿੱਤਲ ਨੇ 10 ਸਾਲ ਪਹਿਲਾਂ ਬਿਲਡਿੰਗਾਂ ਬਣਾਈਆਂ ਪੰਚਾਇਤ ਲੈਂਡ ਦੇ ਉੱਤੇ, ਲਵਲੀ ਯੂਨੀਵਰਸਿਟੀ ਦੇ MP ਨੇ, ਤੇ ਬਾਅਦ ਵਿੱਚ CLU ਲਿਆ। ਇਹ ਸਾਰੀ ਕੰਪਲੇਂਟ ਭਗਵੰਤ ਮਾਨ ਦੇ ਈਮੇਲ ID ਦੇ ਉੱਤੇ ਗਈ ਹੋਈ ਆ, ਬਟ ਨੋ ਐਕਸ਼ਨ। ਸਿਮਿਲਰਲੀ ਬਲਬੀਰ ਸਿੰਘ ਸੀਚੇਵਾਲ 23-24 ਕਿੱਲੇ ਜ਼ਮੀਨ ਸ਼ਾਹਕੋਟ ਦੇ ਏਰੀਆ 'ਚ ਉਹਦੇ ਕੋਲ ਆ, ਮੈਂ ਸਾਰੇ ਡਾਕੂਮੈਂਟਸ ਭੇਜੇ, ਨੋ ਐਕਸ਼ਨ। ਫੌਜਾ ਸਿੰਘ ਸਰਾਰੀ ਦੇ ਖਿਲਾਫ ਨੋ ਐਕਸ਼ਨ। ਕੁਲਦੀਪ ਧਾਲੀਵਾਲ ਦੇ ਖਿਲਾਫ ਜਿੰਨੇ ਵੀ ਇਲਜ਼ਾਮ ਲੱਗੀ ਜਾਣ, ਨੋ ਐਕਸ਼ਨ। ਤੇ ਫਿਰ ਇਹਦਾ ਮਤਲਬ ਜੋ ਤੁਸੀਂ ਵਿਰੋਧੀਆਂ ਦੇ ਖਿਲਾਫ ਕਰ ਰਹੇ ਹੋ, ਉਹ ਸਰਾਸਰ ਬਦਲਾਖੋਰੀ ਦੀ ਕਾਰਵਾਈ ਆ। ਕਈ ਕਾਂਗਰਸੀ ਡਰ ਕੇ BJP 'ਚ ਜਾ ਰਹੇ, ਉਹਨਾਂ ਬਾਰੇ ਕੀ ਕਹੋਗੇ?
ਮੈਨੂੰ ਤਾਂ ਸਮਝ ਕਿਹਾ ਕਿ ਖਹਿਰਾ ਤਾਂ ਡਰਦਾ ਨਹੀਂ। ਨਹੀਂ ਉਹ ਕੋਈ ਨਹੀਂ, ਮੈਨੂੰ ਸਮਝ ਨਹੀਂ ਆ ਰਹੀ ਕਿ ਬੀਜੇਪੀ 'ਚ ਲੱਭ ਕੀ ਰਹੇ ਨੇ ਲੋਕ, ਬਿਕੋਜ਼ ਬੀਜੇਪੀ ਹੈਜ਼ ਨੋ ਫਿਊਚਰ ਇਨ ਪੰਜਾਬ। ਠੀਕ ਹੈ, ਇੰਡੀਆ ਦੇ ਵਿੱਚ ਉਹਨਾਂ ਦਾ ਕੋਈ ਧਰਮ ਦਾ ਪੱਤਾ ਚੱਲਦਾ ਹੋਊਗਾ, ਬਟ ਇਨ ਪੰਜਾਬ ਬੀਜੇਪੀ ਹੈਜ਼ ਨੋ ਫਿਊਚਰ ਐਟ ਆਲ। ਔਰ ਮੈਨੂੰ ਕੀ ਸੋਚ ਕੇ ਜਾ ਰਹੇ ਨੇ, ਇਹਦਾ ਜਵਾਬ ਤਾਂ ਉਹੀ ਦੇ ਸਕਦਾ। ਕੱਲ ਨੂੰ ਖਹਿਰਾ ਤਾਂ ਨਹੀਂ ਜਾਣਗੇ। ਨਹੀਂ, ਮੇਰਾ ਤਾਂ ਜੀ ਬਿਲਕੁਲ ਐਵੇਂ ਗੱਲਾਂ ਕਹਿਣ ਨੂੰ ਜੋ ਮਰਜ਼ੀ ਲੋਕੀ ਕਹੀ ਜਾਣਾ, ਐਵੇਂ ਆਦਤ ਹੁੰਦੀ ਕਈਆਂ ਨੂੰ। ਆਈ ਹੈਵ, ਦੇਖੋ ਮੈਂ ਕੀ ਕਰਦਾ ਵਾਂ, ਆਈ ਐਮ ਵਰਕਿੰਗ ਆਈਡੀਓਲੋਜੀਕਲੀ। ਬੇਸਿਕਲੀ ਕੀ ਸੀਗਾ ਕਿ ਬੇਸਿਕਲੀ ਅਸੀਂ ਅਕਾਲੀ ਹਾਂ। ਮੇਰੇ ਪਿਤਾ ਜੀ ਅਕਾਲੀ ਦਲ ਲਈ ਸਟਰਗਲ ਕੀਤਾ, ਜੇਲਾਂ ਕੱਟੀਆਂ। ਅਕਾਲੀ ਮਤਲਬ ਕਿ ਕਿਸੇ ਕੋਈ ਇੱਕ ਕਿਸੇ ਦਲ ਦੁਲ ਬਾਦਲ ਬੂਦਲ ਨਹੀਂ। ਅਕਾਲੀ ਮੀਨਸ ਬਾਈ ਥੋਟ, ਬਾਈ ਯੋਰ ਥੋਟ ਪ੍ਰੋਸੈਸ ਤੁਸੀਂ ਪੰਜਾਬ ਨਾਲ ਜੁੜੇ ਹੋਏ ਹੋ, ਤੁਸੀਂ ਆਪਣੀ ਕਮਿਊਨਿਟੀ ਸਿੱਖ ਨਾਲ ਜੁੜੇ ਹੋਏ ਹੋ। ਠੀਕ ਹੈ, ਫਿਰ ਜਦੋਂ ਮੇਰੇ ਪਿਤਾ ਜੀ ਦਾ ਐਡਾ ਵੱਡਾ ਲੰਬਾ ਚੌੜਾ ਝਗੜਾ ਪੈ ਗਿਆ, ਜਦੋਂ ਦੇਖਿਆ ਕਿ ਹੁਣ ਇੱਕ ਟੱਬਰ ਦੀ ਗੁਲਾਮੀ ਕਰਨ ਨਾਲੋਂ ਇਟਸ ਬੈਟਰ ਟੂ ਜੁਆਇਨ ਸਮ ਨੈਸ਼ਨਲ ਪਾਰਟੀ, ਤਾਂ ਮੈਂ ਕਾਂਗਰਸ ਜੁਆਇਨ ਕੀਤੀ। ਉੱਥੇ ਆਪਣਾ ਸਟਰਗਲ ਕਰਕੇ ਜਗ੍ਹਾ ਬਣਾਈ ਹੈ। ਮੈਂ ਹੁਣ ਮੈਂ ਕਾਂਗਰਸ ਵਿੱਚ ਰਹਿ ਕੇ ਵੀ ਮੈਂ ਕਾਫੀ ਕੁਝ ਕਹਿ ਰਿਹਾ ਵਾਂ ਜਿਹੜੀਆਂ ਨੋਰਮਲ ਕੋਰਸ ਵਿੱਚ ਦੂਸਰੇ ਕਈ ਲੀਡਰਸ ਕਹਿਣ ਤੋਂ ਗੁਰੇਜ਼ ਕਰਦੇ ਨੇ। ਤਾਂ ਦੈਟ ਇਜ਼ ਮਾਈ ਆਈਡੀਓਲੋਜੀ। ਫਿਰ ਜਦੋਂ ਕੇਜਰੀਵਾਲ ਦਾ ਉੱਠਿਆ, ਜਦੋਂ ਅੰਨੇ ਹਜ਼ਾਰੇ ਦਾ, ਮੈਂ ਸੋਚਿਆ ਯਾਰ ਚੰਗੇ ਬੰਦੇ ਆਏ ਨੇ, ਇਹ ਵੀ ਦੇਸ਼ ਵਿੱਚ ਕੋਈ ਪਰਿਵਰਤਨ ਲੈ ਕੇ ਆਉਣਗੇ, ਇਹ ਕੋਈ ਚੰਗੀਆਂ ਗੱਲਾਂ ਕਰਨਗੇ, ਸਾਡੇ ਪੰਜਾਬ ਨੂੰ ਸੁਧਾਰਨਗੇ। ਇਹ ਸੋਚ ਕੇ ਮੈਂ ਉਹਨਾਂ ਨਾਲ ਗਿਆ। ਤੇ ਜਦੋਂ ਮੈਂ ਦੇਖਿਆ ਕਿ ਤਾਂ ਬਿਲਕੁਲ ਹੀ ਨਲਾਇਕ ਬੰਦੇ ਨੇ ਤੇ ਬੀਜੇਪੀ ਦੀ ਬੀ ਟੀਮ ਆ। ਹੁਣ ਇਹਨਾਂ ਦੇ ਕਿੰਨੇ ਕੇਸਸ ਸਾਹਮਣੇ ਆ ਰਹੇ ਨੇ। ਜਦੋਂ ਜੰਮੂ ਕਸ਼ਮੀਰ ਤੋੜਿਆ, ਆਪਣੇ ਲਈ ਕੇਜਰੀਵਾਲ ਸਟੇਟਹੁੱਡ ਮੰਗਦਾ ਪੂਰਾ, ਤੇ ਇੱਕ ਬਣੀ ਬਣਾਈ ਸਟੇਟ ਦੇ ਦੋ ਟੋਟੇ ਕਰਤੇ, ਇਹਨੇ ਮੋਦੀ ਦੀ ਸਪੋਰਟ ਕੀਤੀ ਆ। ਸੋ ਇਦਾਂ ਦੇ ਕਈ ਇਸ਼ੂਜ਼, ਸ਼ਾਹੀਨ ਬਾਗ ਵਿੱਚ ਮਾਈਨੋਰਿਟੀਜ਼ ਦੇ ਉੱਤੇ ਹਮਲੇ ਹੋ ਰਹੇ ਨੇ। ਆ ਦੇਖੋ ਹਿੰਡਨਬਰਗ ਦੀ ਰਿਪੋਰਟ ਆਈ ਹੈ, ਐਡੀ ਵੱਡੀ ਇੰਟਰਨੈਸ਼ਨਲ ਕਰਪਸ਼ਨ ਦਾ ਖੁਲਾਸਾ ਕੀਤਾ, ਜਿਹਦੇ 'ਚ ਡਾਇਰੈਕਟ ਲਿੰਕਸ ਆਫ ਅਡਾਨੀ ਵਿਦ ਪ੍ਰਾਈਮ ਮਿਨਿਸਟਰ ਮੋਦੀ ਐਂਡ ਬੀਜੇਪੀ ਨਾਲ। ਕੇਜਰੀਵਾਲ ਇੱਕ ਨਿੱਕਾ ਜਿਹਾ ਬੱਚਾ ਛਿੱਕਦੇ ਨਾ ਜੀ ਕੁਛ, ਉਹਦੇ ਤੇ ਟਵੀਟ ਕਰਦਾ, ਬਟ ਇਹਦੇ ਤੇ ਕੋਈ ਐਕਸ਼ਨ ਨਹੀਂਗਾ ਉਹਦਾ। ਸੋ ਦੈਟ ਮੀਨਸ ਇਹ ਬੀਜੇਪੀ ਦਾ ਕਾਰਨ ਕੀ ਮੰਨਦੇ? ਇਹ ਬੇਸਿਕਲੀ ਅੰਦਰੋਂ ਹਾਰਡਕੋਰ ਹਿੰਦੂ ਆ ਜੀ, ਹੋਰ ਕੀ ਹੈ। ਹਿੰਦੂਤਵਾ ਪੋਲਿਟਿਕਸ ਵਿੱਚ ਤੁਸੀਂ ਦੇਖੋ ਨਾ, ਗੁਜਰਾਤ ਦੀ ਇਲੈਕਸ਼ਨ ਤੁਹਾਡੇ ਬਾਰੇ ਕਈ ਕਹਿੰਦੇ ਆ ਹਾਰਡਕੋਰ ਸਿੱਖ ਨੇ, ਸਿੱਖਾਂ ਦੇ ਮਸਲਿਆਂ ਤੇ। ਅੱਗੇ ਜਿਹੜੀ ਮੈਂ ਗੱਲ ਕੰਪਲੀਟ, ਹਾਰਡਕੋਰ ਹਿੰਦੂ ਹੋਣਾ ਕੋਈ ਮਨਾਹੀ ਨਹੀਂ ਗੀ। ਬਹੁਤ ਇਦਾਂ ਦੇ ਹੈਗੇ ਨੇ ਆਗੂ ਜਿਹੜੇ ਓਪਨਲੀ ਕਹਿੰਦੇ ਕਿ ਅਸੀਂ ਹਿੰਦੂ ਰਾਸ਼ਟਰ ਬਣਾਉਣਾ ਵਾ, ਪਰ ਇਹਦਾ ਬੰਦਾ ਇਹ ਮਖੌਟਾ ਪਾ ਕੇ ਰੱਖਦਾ ਵਾ, ਇਹ ਬਾਹਰ ਉਹਦਾ ਸਰਜੀ ਕਰਦਾ। ਹੀ ਇਜ਼ ਟਰਾਈਂਗ ਕਿ ਆਈ ਐਮ ਵੈਰੀ ਸੈਕੂਲਰ। ਸੋ ਜਾਂ ਤਾਂ ਇਹ ਚੱਜ ਨਾਲ ਆਣ ਕੇ ਬਾਹਰ ਕਵੇ, ਕਿਉਂਕਿ ਜਿਹੜਾ ਇਹਨੇ ਗੁਜਰਾਤ ਵਿੱਚ ਬਿਆਨ ਦਿੱਤਾ ਸੀਗਾ ਕਿ ਕਰੰਸੀ ਇੰਡੀਆ ਦੀ ਜਿਹੜੀ ਆਰਥਿਕ ਪੋਜੀਸ਼ਨ ਉਹ ਤਾਂ ਇੰਪਰੂਵ ਹੋਊਗੀ ਜੇ ਨੋਟਾਂ ਦੇ ਉੱਤੇ ਤੁਸੀਂ ਭਗਵਾਨ ਗਣੇਸ਼ ਜੀ ਦੀ ਫੋਟੋ ਲਾ ਦਿਓ। ਸੋ ਦੈਟ ਵਾਸ ਸੱਚ ਐਨ ਅਟਰੋਸ਼ੀਅਸ ਸਟੇਟਮੈਂਟ। ਸੋ ਉੱਥੋਂ ਮੈਂ ਕਹਿ ਰਿਹਾ ਵਾਂ ਕਿ ਬੇਸਿਕਲੀ ਇਹ ਡੁਪਲੀਕੇਟ ਜਿਹਾ ਬੰਦਾ ਹੈਗਾ। ਤੋਂ ਮੈਂ ਤਾਂ ਆਪਣੇ ਨੂੰ ਇਮਾਨਦਾਰੀ ਨਾਲ ਗਿਆ ਸੀਗਾ, ਤੇ ਜਦੋਂ ਨਹੀਂ ਮੈਂ ਦੇਖਿਆ ਕੁਛ ਇਹਨਾਂ ਦੇ ਪੱਲੇ, ਦੈਨ ਆਈ ਹੈਡ ਟੂ ਗੈਟ ਬੈਕ ਟੂ ਕਾਂਗਰਸ। ਜਿਵੇਂ ਤੁਹਾਡੇ ਬਾਰੇ ਕਿਹਾ ਜਾਂਦਾ ਤੁਸੀਂ ਹਾਰਡਕੋਰ ਸਿੱਖ ਹੋ, ਤੁਸੀਂ ਕਿਹਾ ਮੈਂ ਅਕਾਲੀ ਮਾਈਂਡਡ ਹਾਂ, ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਦੇ ਹੋ ਤੁਸੀਂ। ਕਈ ਕਾਂਗਰਸੀ ਕਹਿੰਦੇ ਆ ਕਿ ਉਹ ਤਾਂ ਅੱਤਵਾਦੀ ਨੇ। ਨਹੀਂ, ਮੈਂ ਆਈ ਵੁੱਡ ਨਾਟ ਕਾਲ ਮਾਈ ਸੈਲਫ ਹਾਰਡਕੋਰ, ਬਟ ਆਈ ਰਿਸਪੈਕਟ ਮਾਈ ਰਿਲੀਜਨ। ਜਿਸ ਮਾਹੌਲ 'ਚ ਮੈਂ ਪੈਦਾ ਹੋਇਆ, ਮੈਂ ਜਿਹੜੀ ਸਟੇਟ ਦੇ ਵਿੱਚ ਪੈਦਾ ਹੋਇਆ, ਜੇ ਮੈਂ ਇਹਦਾ ਇੰਨਾ ਵੀ ਕਰਜ਼ ਨਹੀਂ ਉਤਾਰ ਸਕਦਾ, ਤੇ ਮੈਂ ਸਿਰਫ ਖੁਸ਼ਾਮਦ ਦੇ ਵਾਸਤੇ ਪੋਲਿਟਿਕਸ ਕਰਨੀ ਆ ਜਾਂ ਧੰਦਾ ਕਰਨਾ ਜਾਂ ਪੈਸੇ ਕਮਾਉਣ ਲਈ ਕਰਨੀ, ਫਿਰ ਇਹਦੇ ਨਾਲੋਂ ਬੈਟਰ ਹੈ ਤੁਹਾਨੂੰ ਘਰ ਬਹਿ ਜਾਣਾ ਚਾਹੀਦਾ। ਸੋ ਮੈਂ ਅਦਰਵਾਈਜ਼ ਬਾਈ ਵਰਚੂ ਆਫ ਯੋਰ ਥਿੰਕਿੰਗ, ਆਈ ਐਮ ਕੰਪਲੀਟਲੀ ਲਿਬਰਲ। ਮੈਂ ਸਾਰਿਆਂ ਧਰਮਾਂ ਦਾ ਸਤਿਕਾਰ ਕਰਦਾ ਵਾਂ, ਮੈਂ ਸਭ ਦਾ ਆਦਰ ਕਰਦਾ ਵਾਂ, ਔਰ ਸਭ ਵਾਸਤੇ ਕੰਮ ਕਰਨਾ ਚਾਹੁੰਦਾ ਵਾਂ। ਹਾਂ, ਇਹ ਜ਼ਰੂਰ ਹੈ ਕਿ ਜਦੋਂ ਮੇਰੀ ਸਟੇਟ ਦੀ ਗੱਲ ਆਉਂਦੀ ਆ, ਉਦੋਂ ਆਈ ਹੈਵ ਟੂ ਸਟੈਂਡ ਬਾਈ ਮਾਈ ਸਟੇਟ। ਬੰਦੀ ਸਿੰਘਾਂ ਦੀ ਰਿਹਾਈ ਦੀ ਤੁਸੀਂ ਗੱਲ ਕੀਤੀ ਹੈ, ਅੱਜ ਉੱਥੇ ਲਾਠੀ ਚਾਰਜ ਵੀ ਹੋਇਆ ਹੈਗਾ, ਪਰ ਸੁਖਪਾਲ ਖਹਿਰਾ ਨਜ਼ਰ ਨਹੀਂ ਆਏ ਉਸ ਮੋਰਚੇ 'ਚ। ਉਸ ਮੋਰਚੇ ਵਿੱਚ ਮੈਂ ਕੁਛ ਮੇਰੀਆਂ ਮਜਬੂਰੀਆਂ ਨੇ, ਕਿਉਂਕਿ ਆਫਟਰ ਆਲ ਸਟਿਲ ਆਈ ਐਮ ਬਾਉਂਡ ਬਾਈ ਵਨ ਡਿਸਿਪਲਿਨ ਇਨ ਦ ਪਾਰਟੀ, ਸੋ ਪਰ ਜੇ ਮੈਂ ਉੱਥੇ ਨਹੀਂ ਵੀ ਗਿਆ ਫਰਜ਼ ਕਰੋ, ਤੇ ਮੈਂ ਉਹਨਾਂ ਦੀ ਸਪੋਰਟ ਕੀਤੀ ਆ। ਮੈਂ ਆਪਣੇ ਵਿਊਜ਼ ਜਿੱਥੇ ਵੀ ਮੈਨੂੰ ਪੁੱਛੇ ਜਾਂਦੇ ਨੇ, ਮੈਂ ਉਹਨਾਂ ਦੇ, ਕਿਉਂਕਿ ਮੈਂ ਫਿਰ ਗੱਲ ਉੱਥੇ ਇਨਸਾਫ ਦੀ ਆਉਂਦੀ ਆ। ਦੇਖੋ, ਗੱਲ ਇਕੱਲੇ ਸਿੱਖ ਬੰਦੀਆਂ ਦੀ ਨਹੀਂ ਮੈਂ ਕਹਿ ਰਿਹਾ, ਮੈਂ ਕਹਿੰਦਾ ਕਿ ਜਿਹੜੇ ਵੀ ਦੂਜੇ ਧਰਮਾਂ ਦੇ ਬੰਦੀ ਨੇ, ਪ੍ਰਿਜ਼ਨਰਸ ਨੇ, ਚਾਹੇ ਉਹ ਹਿੰਦੂ ਨੇ, ਮੁਸਲਮਾਨ, ਈਸਾਈ ਨੇ, ਸਭ ਨੂੰ ਰਿਲੀਜ਼ ਕਰ ਦਿਓ। ਪੀਪਲ ਹੈਵ ਕੰਪਲੀਟਡ ਦ ਟਰਮਸ। ਹੁਣ ਸੁਪਰੀਮ ਕੋਰਟ ਹੈਡ ਸੈਟ ਅ ਪ੍ਰੈਜ਼ੀਡੈਂਟ ਕਿ ਉਹਨਾਂ ਨੇ ਰਾਜੀਵ ਗਾਂਧੀ ਦੇ ਕਿਲਰਸ ਨੂੰ ਵੀ ਛੱਡ ਦਿੱਤਾ ਵਾ। ਸੋ ਵਾਟ ਇਜ਼ ਦ ਪੁਆਇੰਟ ਇਨ ਕੀਪਿੰਗ ਥੀਸ ਪੀਪਲ ਇਨਸਾਈਡ? 32 ਸਾਲ ਹੋ ਗਏ ਵਿਚਾਰਿਆਂ ਨੂੰ। ਤੇ ਅੱਜ ਜਿਹੜਾ ਭਗਵੰਤ ਮਾਨ ਨੇ ਕੀਤਾ, ਇਹ ਬਹੁਤ ਨਿੰਦਣਯੋਗ ਆ। ਭਗਵੰਤ ਮਾਨ ਨੂੰ ਇਹਦਾ ਮਤਲਬ ਨਾ ਆਪਣੇ ਪੰਜਾਬ ਨਾਲ ਪਿਆਰ ਆ, ਨਾ ਆਪਣੇ ਲੋਕਾਂ ਦੇ ਨਾਲ ਪਿਆਰ ਆ। ਇਹਨੇ ਕਦੀ ਸਟਰਗਲ ਤਾਂ ਜ਼ਿੰਦਗੀ 'ਚ ਦੇਖੀ ਨਹੀਂ ਗੀ। ਦਾਰੂ ਪੀਂਦਾ ਉੱਧਰੋਂ ਉੱਡ ਕੇ ਪਾਰਲੀਮੈਂਟ 'ਚ ਆ ਗਿਆ, ਉੱਧਰੋਂ ਪੀਂਦਾ ਇੱਧਰ ਨੂੰ ਚਲੇ ਗਿਆ, ਔਰ ਅੱਜ ਵੀ ਮਾਫ ਕਰਨਾ ਚੰਗਾ ਨਹੀਂ ਲੱਗਦਾ। ਇਹਦੇ ਹੱਥ ਪਾਸ ਕੁਛ ਨਹੀਂਗਾ। ਹੀ ਇਜ਼ ਓਨਲੀ ਏ ਵਾਟ ਸ਼ੁਡ ਆਈ ਸੇ,
ਇਹ ਡਮੀ ਚੀਫ ਮਿਨਿਸਟਰ ਟਿਲ 5 PM 5 ਵਜੇ ਤੋਂ ਬਾਅਦ ਇਹਨੂੰ ਅੰਦਰ ਵੜ ਦਿੰਦੇ ਨੇ ਤੇ ਕੰਮ ਸਾਰਾ ਉਹ ਜਿਹੜਾ ਰਾਘਵ ਚੱਡਾ ਵਗੈਰਾ ਦਿੱਲੀੋਂ ਕਰ ਰਹੇ ਨੇ ਸਾਰਾ ਜੀ। ਆਖਰੀ ਸਵਾਲ ਹੈ ਮੇਰਾ, ਕੁਸ਼ਲਦੀਪ ਸਿੰਘ ਢੱਲੋਂ ਹੋਰਾਂ ਤੇ ਵੀ ਕਾਰਵਾਈ ਹੋਣ ਜਾ ਰਹੀ ਹੈ, ਵਿਜੀਲੈਂਸ ਨੇ ਬੁਲਾਇਆ ਸੀ, ਸੱਦਿਆ ਸੀ, ਤੁਸੀਂ ਮਿਲਣ ਜਾ ਰਹੇ ਹੋ ਉਹਨਾਂ ਨੂੰ? ਨਹੀਂ, ਉਹ ਮੇਰੇ ਮਿੱਤਰ ਨੇ, ਇਹਨਾਂ ਦੇ ਪਿਤਾ ਜੀ ਜਿਹੜੇ ਸੀਗੇ, ਹੀ ਵਾਸ ਮਾਈ ਫਾਦਰਸ ਫਰੈਂਡ ਸੋ ਇਸ ਕਰਕੇ ਇਹ ਪਰਸਨਲ ਲਿੰਕਸ ਤਾਂ ਰਹਿੰਦੇ। ਗੱਲ ਆਪਾਂ ਕਰੀਏ ਸਿਧਾਂਤਕ ਕਿ ਭ੍ਰਿਸ਼ਟਾਚਾਰ ਦੀ ਜਿੰਨੀ ਮਰਜ਼ੀ ਤਹਿਕੀਕਾਤ ਕਰੋ, ਬੀਜੇਪੀ ਦੀ ਵੀ ਕਰ ਲਓ, ਅਕਾਲੀਆਂ ਦੀ ਵੀ ਕਰ ਲਓ, ਕਾਂਗਰਸ ਦੀ ਵੀ ਪਰ ਝਾੜੂ ਦੀ ਵੀ ਕਰੋ, ਬੌਕਰ ਦੀ ਵੀ ਨਾਲ। ਜੇ ਕਹੋ ਨਾ ਬੌਕਰ ਦੁੱਧ ਧੋਤੀ ਆ, ਇਹ ਗਲਤ ਗੱਲ ਆ। ਕੇਜਰੀਵਾਲ ਨੇ ਸਾਰੀਆਂ ਰਾਜ ਸਭਾ ਦੀ ਸੀਟਾਂ ਵੇਚੀਆਂ। ਤੁਸੀਂ ਮੈਨੂੰ ਦੱਸ ਦਿਓ, ਲਵਲੀ ਯੂਨੀਵਰਸਿਟੀ ਵਾਲੇ ਅਸ਼ੋਕ ਮਿੱਤਲ ਦਾ ਆਮ ਆਦਮੀ ਪਾਰਟੀ ਦੀ ਆਈਡੀਓਲੋਜੀ ਨਾਲ ਕੀ ਤੁਲਕ ਆ? ਜਿਹੜਾ ਸੰਜੀਵ ਅਰੋੜਾ, ਸਨੀ ਅਰੋੜਾ ਪ੍ਰਾਪਰਟੀ ਡੀਲਰ ਬਣਾਇਆ ਲੁਧਿਆਣਾ, ਉਹਦਾ ਕੀ ਤੁਲਕ ਆ? ਦੋਨੇ ਗੁਪਤੇ ਭਰਾਵਾਂ ਦਾ ਇਹਦੇ ਨਾਲ ਕੀ ਤੁਲਕ ਆ? ਸੋ ਵੋਟਾਂ ਪੰਜਾਬ ਦੇ ਲੋਕਾਂ ਨੇ ਪਾਈਆਂ, ਇਹ ਪੰਜਾਬ ਦੇ ਲੋਕਾਂ ਦੇ ਸਿਰ ਤੇ ਕਰਪਸ਼ਨ ਕੀਤੀ ਹੈ। 92 MLA ਨਾ ਹੁੰਦੇ ਤੇ 6 ਰਾਜ ਸਭਾ ਨਹੀਂ ਸੀ ਬਣਨੀਆਂ ਇਹਦੇ ਕੋਲੋਂ। ਵੋਟਾਂ ਪੰਜਾਬ ਦੇ ਲੋਕਾਂ ਨੇ ਲਈਆਂ ਤੇ ਜਿੰਨੇ ਵੀ ਪੈਸੇ ਲਏ ਹੋਣੇ 50-100 ਕਰੋੜ ਰੁਪਇਆ ਪਰ ਸੀਟ ਦਾ ਲਿਆ ਕੇਜਰੀਵਾਲ ਨੇ ਆ। ਇਹਦੀ ਇਨਵੈਸਟੀਗੇਸ਼ਨ ਨਹੀਂ ਹੋਣੀ ਚਾਹੀਦੀ। ਅੱਜ ਵੀ ਪੰਜਾਬ ਦੇ ਵਿੱਚ ਬਹੁਤ ਵੱਡਾ ਸ਼ੋਰ ਆ SSP ਲੱਗਣ ਲਈ। ਕਰੋੜ ਰੁਪਇਆ ਦਿੱਲੀ ਚੱਲ ਰਿਹਾ ਵਾ, ਕਰੋੜ ਰੁਪਇਆ। ਤੁਸੀਂ ਪਿੰਡਾਂ ਜਾ ਕੇ ਪੁੱਛੋ ਤੁਸੀਂ ਕਿ ਕਰਪਸ਼ਨ ਕਿੱਥੇ ਬੰਦ ਹੋਈ ਆ? ਸਭ ਝੂਠੋ ਝੂਠੀ ਆ। ਜਿਹੜੀ ਹੈਲਪਲਾਈਨ ਬਣਾਈ ਸੀ ਮਹਾ ਬੋਗਸ ਆ। ਇਹਦੇ ਤੇ ਖਰੇ 4-4.5 ਲੱਖ ਕੰਪਲੇਂਟ ਆਈ ਹੈ, ਪਰਚੇ ਦਰਜ ਹੋਏ ਨੇ 28। ਮੈਂ ਹੀ ਕਰ ਰਿਹਾ ਕੰਪਲੇਂਟ ਲਵਲੀ ਯੂਨੀਵਰਸਿਟੀ, ਮੇਰੀ ਕੰਪਲੇਂਟ ਤੇ ਕੁਝ ਨਹੀਂ ਕੀਤਾ। ਫੌਜਾ ਸਿੰਘ ਸਰਾਰੀ ਦੇ ਖਿਲਾਫ ਨਹੀਂ ਕਰ ਰਹੇ ਕੁਝ ਵੀ। ਸੋ ਦੇਅਰਫੋਰ ਇਹ ਸਾਰਾ ਲੋਕ ਦਿਖਾਵਾ ਹੁੰਦਾ ਵਾ। ਪੈਸੇ ਧੇਲੇ ਬਹੁਤ ਤਗੜੇ ਹੋ ਕੇ ਬਣਾ ਰਹੇ ਨੇ ਸਾਰੇ, ਜਿੱਥੇ ਜਿਹਦਾ ਦਾ ਲੱਗ ਰਿਹਾ। ਕੋਈ ਰੇਤਾ 'ਚੋਂ ਬਣਾ ਰਿਹਾ, ਕੋਈ ਡਰੱਗਸ 'ਚੋਂ ਬਣਾ ਰਿਹਾ। ਅਦਰਵਾਈਜ਼ ਸੋਨਾ ਕਿੱਥੋਂ ਆ ਸਕਦਾ ਇੰਨਾ? ਜਿਹੜਾ ਸੋਨਾ ਪਾਈ ਫਿਰਦੇ ਨੇ ਕਿੱਥੋਂ ਆ ਗਿਆ ਇੰਨੀ ਛੇਤੀ? ਸ਼ੁਕਰੀਆ ਖਹਿਰਾ ਸਾਹਿਬ, ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਸੋ ਮਚ। ਅਸੀਂ ਕਿ ਸੁਖਪਾਲ ਸਿੰਘ ਖਹਿਰਾ ਕਹਿ ਰਹੇ ਨੇ ਕਿ ਮੈਂ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਰਹੂੰਗਾ। ਬੇਸ਼ੱਕ ਪਾਰਟੀ ਦੇ ਵਿੱਚ ਰਹਿ ਕੇ ਕਈ ਬੰਦਸ਼ਾਂ ਨੇ ਮੇਰੇ ਉੱਪਰ, ਇਸ ਕਰਕੇ ਮੈਂ ਮੋਹਾਲੀ ਮੋਰਚੇ ਵਿੱਚ ਨਹੀਂ ਜਾ ਸਕਿਆ, ਪਰ ਕਹਿ ਰਹੇ ਨੇ ਕਿ ਪੰਜਾਬ ਦੇ ਹੱਕਾਂ ਦੇ ਲਈ ਮੈਨੂੰ ਸਟੇਟ ਪਹਿਲਾਂ, ਪੰਜਾਬ ਪਹਿਲਾਂ, ਸੋ ਮੈਂ ਹਮੇਸ਼ਾ ਬੋਲਦਾ ਰਹਾਂਗਾ। ਕੈਮਰਾਮੈਨ ਗੁਰਸਾਹਿਬ ਦੇ ਨਾਲ ਮੈਂ ਸਿਮਰਨਜੀਤ ਸਿੰਘ, ਪ੍ਰੋ ਪੰਜਾਬ TV, ਫਰੀਦਕੋਟ।